हेलो बेटा बेटा अगला चैप्टर थोड़ा मैं तैयार करवाने लगा वा दैट इज अकाउंटिंग एंड ई कमर्स वाला। अकाउंटिंग ई कमर्स अगला चैप्टर हैगा वा दैट इज ई कमर्स या आप कह सकते हैं दैट इज ई ਵਪਾਰ वगैरह ਉਹਦੀ ਆਪਾਂ ਜਿਹੜੀ ਫਿਰ ਨੈਕਸਟ ਕਲਾਸ ਲਗਾਣੀ ਹੈ। ठीक है बेटा ये च ਆਪਾਂ ਹੁਣ ਤੁਹਾਨੂੰ ई बैंकिंग हो गया ई कमर्स हो गया ई पेमेंट हो गया ई भुगतान हो गया ये सारे ਜਿਹੜੇ ਚੈਪਟਰ ਤੁਹਾਡੇ ਹੈਗੇ ਨੇ ਬਾਕੀ ਦੇ ਬਚੇ ਅਕਾਊਂਟਿੰਗ ਦੇ ਇਹ ਸਾਰੇ ਦੇ ਮੈਂ ਕਾਮਨ ਕੁਐਸਚਨਸ ਕੱਢੇ ਹੋਏ ਨੇ ਉਹ ਕਾਮਨ ਕੁਐਸਚਨ ਤੁਹਾਨੂੰ ਮੈਂ ਯਾਦ ਕਰਵਾਉਣ ਲੱਗਾ ਵਾ। ਅੱਜ ਪਹਿਲਾ ਕੁਐਸਚਨ ਬੇਟਾ ਤੁਹਾਡਾ ਹੈਗਾ ਵਾ ई कमर्स ਤੋਂ ਕੀ ਭਾਵ ਹੈ। ई कमर्स ਕੀ ਹੁੰਦਾ ਵਾ ਇਹ ਤਾਂ ਪਹਿਲਾਂ ਦੱਸਣਾ ਕਿ ई कमर्स ਇੱਕ ਅਜਿਹੀ ਪ੍ਰਕਿਰਿਆ ਵਾ ਅਜਿਹੀ ਪ੍ਰਣਾਲੀ ਹੈ ਜਿਸ ਰਾਹੀਂ ਵਪਾਰੀ ਦੋ ਕੰਮ ਕਰ ਸਕਦਾ ਵਾ। ਇੱਕ ਤਾਂ ਆਪਣੀ ਉਹ ਜਾਣਕਾਰੀ ਜਿਹੜੀ ਹੈ ਸਾਂਝੀ ਕਰਨੀ ਚਾਹੁੰਦਾ ਉਹ ਜਾਣਕਾਰੀ ਸਾਂਝੀ ਕਰ ਸਕਦਾ ਵਾ ਔਰ ਦੂਜਾ ਅਗਰ ਆਪਣਾ ਕੋਈ ਵਸਤੂਆਂ ਵਗੈਰਾ ਵੇਚਣਾ ਚਾਹੁੰਦਾ ਵਾ ਤਾਂ ਉਹ ਵਸਤੂਆਂ ਵੀ ਉਹਦੇ ਤੋਂ ਵੇਚ ਸਕਦਾ ਵਾ। ਸੋ ਜਿਸ ਪ੍ਰਣਾਲੀ ਰਾਹੀਂ ਵਪਾਰੀ ਆਪਣੀ ਜਾਣਕਾਰੀ ਸਾਂਝੀ ਕਰ ਸਕਦਾ ਵਾ ਅਤੇ ਵਸਤੂਆਂ ਦੀ ਵੇਚ ਸਕਦਾ ਵਾ ਉਸ ਪ੍ਰਣਾਲੀ ਨੂੰ ਆਪਾਂ ਕਹਿੰਦੇ ਆ ई कमर्स। ਔਰ ई कमर्स ਨੂੰ ਚਲਾਉਣ ਲਈ ਸਾਨੂੰ ਕਿਸ ਚੀਜ਼ ਦੀ ਲੋੜ ਪੈਂਦੀ ਹੈ ਇੰਟਰਨੈਟ ਦੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਾਂ ਕੋਈ ਵੀ ਜਿਹੜੀ ਆਨਲਾਈਨ ਕੰਮ ਕਰਨਾ ਵਾ ਉਹਦੇ ਲਈ ਸਾਨੂੰ ਇੰਟਰਨੈਟ ਦੀ ਕੀ ਪੈਂਦੀ ਹੈ ਲੋੜ ਪੈਂਦੀ ਹੈ। ਠੀਕ ਹੈ ਔਰ ਨੀਚੇ ਦਾ ਕੀ ਬਣਾ ਦੇਣਾ ਵਾ ਡਾਇਗਰਾਮ। ठीक बेटा ये ई कमर्स हो गया। दूजा क्वेश्चन है ई भुगतान। ये भी नाम तो क्लियर है कि ई भुगतान की है। ई भुगतान एक अजिही प्रणाली है जिस विच असीं इंटरनेट का प्रयोग करदे होया कोई भी पैसे जिहड़े आ एक खाते तो दूजे खाते विच ट्रांसफर कर सकते हैं। जिद्दां मैं तुहानूं कोई पैसे देने है या तुसीं मैनूं कोई पैसे देने है तो आपां इंटरनेट की सहायता नाल एक खाते विच दूजे खाते जिस प्रणाली राहीं पैसे ट्रांसफर कर सकते हैं उस प्रणाली नूं की कहिंदे आ ई भुगतान। तीजी आती ई बैंकिंग। ਹੁਣ ਬੜਾ ई बैंकिंग ਤੇ ई ਭੁਗਤਾਨ ਦੇਖਣ ਨੂੰ ਇੱਕੋ ਜਿਹੇ ਲੱਗਦੇ ਨੇ ਇਹਨਾਂ 'ਚ ਫਰਕ ਕੀ ਹੁੰਦਾ ਵਾ। ई बैंकिंग ਤੇ ई ਭੁਗਤਾਨ 'ਚ ਫਰਕ ਕੀ ਹੁੰਦਾ ਜਿਹੜੀ ई ਭੁਗਤਾਨ ਹੁੰਦਾ ਵਾ ਉਹ ਸਿਰਫ ਉਹ ਪ੍ਰਣਾਲੀ ਹੈ ਜਿਸ ਰਾਹੀਂ ਸਿਰਫ ਅਸੀਂ ਪੈਸੇ ਜਿਹੜੇ ਆ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ। ਉਸ ਤੋਂ ਇਲਾਵਾ ਹੋਰ ਆਪਾਂ ਕੋਈ ਕੰਮ ਕੀ ਉਹਦੇ ਵਿੱਚ ਨਹੀਂ ਕਰ ਸਕਦੇ। ਪਰ ई बैंकिंग ਜਿਹੜੀ ਹੈ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਅਸੀਂ ਇੰਟਰਨੈਟ ਦਾ ਪ੍ਰਯੋਗ ਕਰਦੇ ਹੋਇਆ ਪੈਸੇ ਤਾਂ ਇੱਕ ਖਾਤੇ ਤੋਂ ਦੂਜੇ ਖਾਤੇ ਆਪਾਂ ਟ੍ਰਾਂਸਫਰ ਕਰ ਹੀ ਸਕਦੇ ਹਾਂ। ਇਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਬੈਂਕਿੰਗ ਦੀਆਂ ਜਿਹੜੀਆਂ ਸੇਵਾਵਾਂ ਵਾ ਉਹ ਵੀ ਆਪਾਂ ਇਹਦੇ ਵਿੱਚ ਪ੍ਰਾਪਤ ਕਰ ਸਕਦੇ ਹਾਂ। ਔਰ ਇਸ ਵਿੱਚ ਕੀਤਾ ਕੀ ਜਾਂਦਾ ਵਾ ਕਿ ਜਿਸ ਖਾਤੇ ਵਿੱਚੋਂ ਪੈਸੇ ਆਪਾਂ ਟ੍ਰਾਂਸਫਰ ਕਰਨੇ ਹੁੰਦੇ ਨੇ ਉਸ ਖਾਤੇ ਨੂੰ ਡੈਬਿਟ ਕਰ ਦਿੱਤਾ ਜਾਂਦਾ ਵਾ ਔਰ ਜਿਸ ਖਾਤੇ 'ਚ ਪੈਸੇ ਪਾਣੇ ਹੁੰਦੇ ਨੇ ਉਸ ਖਾਤੇ ਨੂੰ ਕ੍ਰੈਡਿਟ ਕਰ ਦਿੱਤਾ ਜਾਂਦਾ ਵਾ। ਸੋ ਉਹਨੂੰ ਆਪਾਂ ਕਹਿੰਦੇ ਹਾਂ ई बैंकिंग। ਬਸ ਫਰਕ ਬਣਿਆ ਦੋਨਾਂ 'ਚ ਇਹੀ ਆ ਕਿ ई ਭੁਗਤਾਨ ਵੀ ਸਿਰਫ ਆਪਾਂ ਪੇਮੈਂਟ ਕਰ ਸਕਦੇ ਹਾਂ ਹੋਰ ਕੋਈ ਕੰਮ ਨਹੀਂ ਕਰ ਸਕਦੇ। ਜਦ ਕਿ ई बैंकिंग ਜਿਹੜਾ ਵਾ ਉਹ 'ਚ ਅਸੀਂ ਪੇਮੈਂਟ ਤਾਂ ਮੀਨਸ ਪੈਸੇ ਤਾਂ ਇੱਕ ਖਾਤੇ 'ਚੋਂ ਦੂਜੇ ਖਾਤੇ 'ਚ ਆਪਾਂ ਟ੍ਰਾਂਸਫਰ ਕਰ ਹੀ ਸਕਦੇ ਹਾਂ। ਉਸ ਦੇ ਨਾਲ ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਬੈਂਕਿੰਗ ਦੀਆਂ ਸੇਵਾਵਾਂ ਜਿਹੜੀਆਂ ਵਾ ਉਹਦਾ ਵੀ ਲਾਭ ਲੈ ਸਕਦੇ ਹਾਂ। ਸੋ ਤਿੰਨ ਕੁਐਸਚਨ ਹੋ ਗਏ। ਚੌਥਾ ਕੁਐਸਚਨ ਬੇਟਾ ਤੁਹਾਡਾ ਹੈਗਾ ई ਮਾਰਕੀਟਿੰਗ ਤੋਂ ਕੀ ਭਾਵ ਹੈ। ई ਮਾਰਕੀਟਿੰਗ ਕੀ ਹੁੰਦੀ ਹੈ। ई ਮਾਰਕੀਟਿੰਗ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਇੰਟਰਨੈਟ ਦੀ ਸਹਾਇਤਾ ਨਾਲ ਕੋਈ ਵੀ ਵਪਾਰੀ ਆਪਣੀਆਂ ਵਸਤੂਆਂ ਅਤੇ ਸੇਵਾਵਾਂ ਦੀ ਕੀ ਕਰ ਸਕਦਾ ਮਾਰਕੀਟਿੰਗ ਕਰ ਸਕਦਾ। ਮਾਰਕੀਟਿੰਗ ਆਪਣੀ ਐਡਵਰਟਾਈਜ਼ਮੈਂਟ ਕਰ ਸਕਦਾ। ਜੇ ਤੁਸੀਂ ਦੇਖਿਆ ਇੰਟਰਨੈਟ 'ਤੇ ਐਡਸ ਆਉਂਦੀਆਂ ਵਾ YouTube 'ਤੇ ਐਡਸ ਆਉਂਦੀਆਂ ਵਾ ਫੇਸਬੁੱਕ 'ਤੇ ਐਡਸ ਆਉਂਦੀਆਂ ਵਾ। ਸੋ ई ਮਾਰਕੀਟਿੰਗ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਅਸੀਂ ਇੰਟਰਨੈਟ ਦਾ ਪ੍ਰਯੋਗ ਕਰਦੇ ਹੋਇਆ ਕੋਈ ਵੀ ਵਪਾਰੀ ਆਪਣੀ ਸੇਵਾਵਾਂ ਦੀ ਜਾਂ ਆਪਣੀ ਵਸਤੂਆਂ ਦੀ ਕੀ ਕਰ ਸਕਦਾ ਮਾਰਕੀਟਿੰਗ ਮੀਨਸ ਐਡਵਰਟਾਈਜ਼ਮੈਂਟ ਮੀਨਸ ਵਿਗਿਆਪਨ ਕਰ ਸਕਦਾ ਵਾ। ਸੋ ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ई ਮਾਰਕੀਟਿੰਗ। ठीक बेटा सो चारों क्लियर हो गए। पहला होगा ई कमर्स, दूजा हो गया ई भुगतान, तीजा हो गया ई बैंकिंग तो चौथा हो गया ई मार्केटिंग। अगला क्वेश्चन बेटा पंजवां क्वेश्चन थोड़ा है वा ई कमर्स ई भुगतान ई बैंकिंग या ई मार्केटिंग। मेरे चार चैप्टर बेटा मैं कवर किए हैं। इन्होंने चारों चैप्टरों विचों किसी भी चैप्टर की तुहानूं विशेषतावां पुछ लईआं जाण ਜਾਂ ਇਹਨਾਂ ਚਾਰਾਂ ਵਿੱਚੋਂ ਪੁੱਛ ਲਿਆ ਜਾਵੇ ਕਿ ਪਰੰਪਰਾਗਤ ਸੇਵਾਵਾਂ ਜਿਹੜੀਆਂ ਆਪਾਂ ਟ੍ਰੈਡੀਸ਼ਨਲ ਹੁੰਦੀਆਂ ਸੀਗੀਆਂ ਪੁਰਾਣੇ ਜ਼ਮਾਨੇ 'ਚ ਉਦੋਂ ਕਿੱਦਾਂ ਕੰਮ ਚੱਲਦਾ ਸੀਗਾ ਤੇ ਹੁਣ ਜਿਹੜੀ ਈ ਸੇਵਾਵਾਂ ਉਦੋਂ ਕਿੱਦਾਂ ਕੰਮ ਚੱਲਦਾ ਦੋਨਾਂ 'ਚ ਅੰਤਰ ਪੁੱਛ ਲਿਆ ਜਾਵੇ। ਸੋ ਚਾਹੇ ਪੁੱਛ ਲਿਆ ਜਾਵੇ ਅੰਤਰ ਮੀਨਸ ਡਿਫਰੈਂਸ ਪੁੱਛ ਲਿਆ ਜਾਵੇ ਤੇ ਚਾਹੇ ਪੁੱਛ ਲਿਆ ਜਾਣ ਇਹਨਾਂ ਦੇ ਵਿਸ਼ੇਸ਼ਤਾਵਾਂ ਤੇ ਚਾਰਾਂ ਦੀਆਂ ਚਾਰਾਂ ਦਾ ਸੇਮ ਆਨਸਰ ਤੁਸੀਂ ਕੀ ਲਿਖਣਾ ਵਾ ਵਿਸ਼ੇਸ਼ਤਾਵਾਂ ਦਾ ਵੀ ਔਰ ਡਿਫਰੈਂਸ ਦਾ ਵੀ। ਚਾਹੇ ई बैंकिंग 'ਚੋਂ ਆ ਜਾਵੇ ਚਾਹੇ ਉਹ ई कमर्स 'ਚੋਂ ਆ ਜਾਵੇ ਚਾਹੇ ਉਹ ई भुगतान 'ਚੋਂ ਆ ਜਾਵੇ ਚਾਹੇ ਉਹ ई मार्केटिंग ਆ ਜਾਵੇ ਜਿਸ ਮਰਜ਼ੀ ਚੈਪਟਰ ਦਾ ਕੁਐਸਚਨ ਆ ਜਾਵੇ ਵਿਸ਼ੇਸ਼ਤਾਵਾਂ ਜਾਂ ਡਿਫਰੈਂਸ ਸੇਮ ਪੁਆਇੰਟ ਲਿਖਣੇ ਆ। ਕੀ ਬੇਟਾ ਸਮਝ ਲੱਗੀ ਨਿਕਲ। ਹੁਣ ਬੇਟਾ ਯਾਦ ਕਰੋ ਇਹਦਾ ਕੋਡ ਕਿ ਇਹਦਾ ਕੋਡ ਕੀ ਹੈ। ਕੋਡ ਵੀ ਬਣਾਇਆ ਬੜਾ ਸੌਖਾ ਬਣਾਇਆ ਵਾ ਜੋ ਕਦੋਂ ਕੁਐਸਚਨ ਆ ਉਹੀ ਉਹਦਾ ਕੋਡ ਬਣਾਤਾ। ਕੋਡ ਕੀ ਹੈ ਕਮਰਸ ਬੈਂਕਿੰਗ ਤੇ ਮਾਰਕੀਟਿੰਗ। ਕੁਐਸਚਨ ਵੀ ਆਪਾਂ ਇਹੀ ਆ ई कमर्स की विशेषतावां या ई बैंकिंग की विशेषतावां या ई मार्केटिंग की विशेषतावां ਉਹੀ ਉਹਦਾ ਕੀ ਬਣਾਤਾ ਮੈਂ ਕੋਡ ਬਣਾਤਾ। ठीक है ਹੁਣ कोड याद करो पहला कक्के तो की आ जाता वा कागजी कार्रवाई। ठीक है अच्छा पॉइंट लो कागजी कार्रवाई की होंदा वा कि ਇਹ ਸੇਵਾਵਾਂ ਪ੍ਰਦਾਨ ਕਰਨ ਵੇਲੇ ਕਾਗਜ਼ੀ ਕਾਰਵਾਈ ਦੀ ਲੋੜ ਘੱਟ ਪੈਂਦੀ। ਹੁਣ ਬੜਾ ਸਿੱਧੀ ਗੱਲ ਆ ਜਦੋਂ ਆਪਾਂ ਕੋਈ ਵੀ ਕੰਮ ਆਨਲਾਈਨ ਕਰਦੇ ਹਾਂ ਆਨਲਾਈਨ ਵਿੱਚ ਸਾਨੂੰ ਕਾਗਜ਼ੀ ਪੱਤਰ ਦੀ ਲੋੜ ਕੀ ਪੈਂਦੀ ਹੈ ਘੱਟ ਪੈਂਦੀ ਹੈ। ਸਾਡਾ ਸਾਰਾ ਕੰਮ ਕੀ ਹੋ ਜਾਂਦਾ ਆਨਲਾਈਨ ਤਰੀਕੇ ਨਾਲ ਹੋ ਜਾਂਦਾ। ਜਿੱਦਾਂ ਆਪਾਂ ਤੁਹਾਡੇ ਹੁਣ ਐਸਸੀ ਸਕਾਲਰਸ਼ਿਪ ਦਾ ਵਜੀਫਾ ਭਰਦੇ ਹਾਂ ਕੁਝ ਭਰਦੇ ਹਾਂ ਸਾਰਾ ਕੁਝ ਆਨਲਾਈਨ ਅਪਲਾਈ ਹੋ ਜਾਂਦਾ। ਸਾਨੂੰ ਫਾਰਮ ਵਗੈਰਾ ਭਰਨ ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ। ਸੋ ਆਨਲਾਈਨ ਵਿੱਚ ਸਭ ਤੋਂ ਪਹਿਲੀ ਖਾਸੀਅਤ ਇਹੀ ਹੈ ਕਿ ਇਹ 'ਚ ਕਾਗਜ਼ੀ ਕਾਰਵਾਈ ਦੀ ਲੋੜ ਕੀ ਪੈਂਦੀ ਹੈ ਘੱਟ ਪੈਂਦੀ ਹੈ। ਸਾਰਾ ਕੰਮ ਜਿਹੜਾ ਵਾ ਉਹ ਆਨਲਾਈਨ ਢੰਗ ਨਾਲ ਕੰਪਿਊਟਰ ਉੱਤੇ ਹੀ ਕੀਤਾ ਜਾ ਸਕਦਾ। ठीक है सो कक्का हो गया कागजी कार्रवाई।
ਮੰਮੇ ਤੋਂ ਕੀ ਆ ਗਿਆ ਮਤਲਬ ਮੀਨਸ ਇਹਨਾਂ ਦੀ ਪਰਿਭਾਸ਼ਾ ਦੱਸ ਦੇਣੀ ਹੈ। ਠੀਕ ਹੈ, ਪਰਿਭਾਸ਼ਾ ਤੁਸੀਂ ਬੜਾ ਸਾਰਿਆਂ ਨੇ ਯਾਦ ਕੀਤੀ ਆ। ਦੇਖੋ ਈ ਕਮਰਸ ਦੀ ਹੋ ਗਈ, ਈ ਭੁਗਤਾਨ ਦੀ ਹੋ ਗਈ, ਈ ਬੈਂਕਿੰਗ ਦੀ ਹੋ ਗਈ, ਈ ਮਾਰਕੀਟਿੰਗ। ਸੋ ਜਿਹੜਾ ਵੀ ਕੁਐਸਚਨ ਤੁਹਾਨੂੰ ਆਉਂਦਾ, ਅਗਰ ਈ ਭੁਗਤਾਨ ਦਾ ਆਉਂਦਾ ਤਾਂ ਈ ਭੁਗਤਾਨ ਦੀ ਪਰਿਭਾਸ਼ਾ ਲਿਖ ਦਿਓ। ਈ ਬੈਂਕਿੰਗ ਦਾ ਕੁਐਸਚਨ ਆ ਗਿਆ, ਈ ਬੈਂਕਿੰਗ ਦੀ ਪਰਿਭਾਸ਼ਾ ਲਿਖ ਦਿਓ। ਈ ਮਾਰਕੀਟਿੰਗ ਦਾ ਆ ਗਿਆ, ਈ ਮਾਰਕੀਟਿੰਗ ਦੀ ਪਰਿਭਾਸ਼ਾ ਲਿਖ ਦਿਓ। ਈ ਕਮਰਸ ਦਾ ਕੁਐਸਚਨ ਆ ਗਿਆ, ਈ ਕਮਰਸ ਦੀ ਪਰਿਭਾਸ਼ਾ ਲਿਖ ਦਿਓ। ਸੋ ਜਿਹੜਾ ਵੀ ਤੁਹਾਨੂੰ ਕੁਐਸਚਨ ਆਉਂਦਾ ਪੇਪਰ 'ਚ, ਉਹਦੀ ਤੁਸੀਂ ਪਰਿਭਾਸ਼ਾ ਉਹਦੇ ਵਿੱਚ ਕੀ ਆ ਲਿਖ ਦੇਣੀ ਹੈ। ਸੋ ਮਤਲਬ ਵੀ ਹੋ ਗਿਆ। ਸੋ ਅੱਗੇ ਰਾਰੇ ਤੋਂ ਕੀ ਆ ਗਿਆ, ਉਤਪਾਦ ਦਾ ਰੂਪ ਮੀਨਸ ਕਿਸ ਰੂਪ 'ਚ ਆਪਾਂ ਉਹਨੂੰ ਉਤਪਾਦ ਨੂੰ ਵੇਚਦੇ ਹਾਂ। ਐਚ ਪੁਆਇੰਟ ਕੇ ਆਪਾਂ ਲਿਖੋ, ਨੀਚੇ ਲਿਖਿਆ ਵਾ ਈ ਸੇਵਾ ਵਿੱਚ ਸਾਰਾ ਕੰਮ ਆਨਲਾਈਨ ਢੰਗ ਕਰਕੇ ਕੋਈ ਵੀ ਠੋਸ ਵਸਤੂ ਜਾਂ ਕਾਗਜ਼ ਦਾ ਲੈਣ ਦੇਣ ਨਹੀਂ ਕੀਤਾ ਜਾਂਦਾ, ਜਦਕਿ ਪਰੰਪਰਾਗਤ ਸੇਵਾ ਵਿੱਚ ਆਪਾਂ ਕੰਮ ਕੀ ਕਰਦੇ ਸੀਗੇ ਆਫਲਾਈਨ, ਜਿਸ ਕਰਕੇ ਫਿਜ਼ੀਕਲ ਵਸਤੂਆਂ ਦਾ ਲੈਣ ਦੇਣ ਕੀਤਾ ਜਾਂਦਾ ਸੀਗਾ। ਕਿ ਆਪਾਂ ਜਦੋਂ ਈ ਉਤਪਾਦ ਦਾ ਰੂਪ ਕੀ ਲਿਖ ਦੇਣਾ ਵਾ ਕਿ ਜਦੋਂ ਆਪਾਂ ਆਨਲਾਈਨ ਕੰਮ ਕਰਦੇ ਹਾਂ, ਆਨਲਾਈਨ ਸਾਨੂੰ ਕਾਗਜ਼ੀ ਪੱਤਰੀ ਦੀ ਲੋੜ ਕੀ ਪੈਂਦੀ ਹੈ, ਘੱਟ ਪੈਂਦੀ ਹੈ। ਸੋ ਕਾਗਜ਼ੀ ਪੱਤਰੀ ਲੋੜ ਨਾ ਪੈਣ ਕਰਕੇ ਸਾਰਾ ਕੰਮ ਆਪਾਂ ਕਿੱਦਾਂ ਕਰਦੇ ਹਾਂ, ਆਨਲਾਈਨ ਢੰਗ ਨਾਲ ਹੀ ਕਰਦੇ ਹਾਂ। ਜਦਕਿ ਜਿਹੜਾ ਪਰੰਪਰਾਗਤ ਮੀਨਸ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਕਿ ਆਪਾਂ ਸਾਰਾ ਕੰਮ ਕੀ ਕਰਦੇ ਸੀ, ਆਫਲਾਈਨ ਕਰਦੇ ਸੀਗੇ। ਔਰ ਆਫਲਾਈਨ ਕੰਮ ਕਰਨ ਕਰਕੇ ਸਾਨੂੰ ਕਾਗਜ਼ਾਂ ਦੀ, ਉਤਪਾਦਾਂ ਦੀ, ਵਸਤੂਆਂ ਦੀ, ਇਹਨਾਂ ਚੀਜ਼ਾਂ ਦੀ ਲੋੜ ਕੀ ਆ ਪੈਂਦੀ ਸੀ। ਅੱਗੇ ਕੀ ਸੱਸੇ ਤੋਂ ਕੀ ਆ ਗਿਆ, ਸਾਧਨ। ਠੀਕ ਹੈ, ਹੁਣ ਸਾਧਨ ਦਾ ਪੁਆਇੰਟ ਯਾਦ ਕਰੋ। ਸਾਧਨ ਪੁਆਇੰਟ ਕੀ ਹੈ, ਈ ਕਮਰਸ ਪ੍ਰਦਾਨ ਕਰਨ ਲਈ ਇੰਟਰਨੈਟ ਦਾ ਸਾਧਨ ਦੇ ਤੇ ਵਰਤਿਆ ਜਾਂਦਾ ਹੈ, ਪਰ ਪਰੰਪਰਾਗਤ ਸੇਵਾਵਾਂ ਵਿੱਚ ਇੰਟਰਨੈਟ ਦਾ ਕੋਈ ਪ੍ਰਯੋਗ ਨਹੀਂ ਕੀਤਾ ਜਾਂਦਾ। ਕਿ ਸਾਧਨ ਕੀ ਦੇਣਾ ਵਾ ਇੰਟਰਨੈਟ ਬਾਰੇ, ਕਿ ਜਿਹੜੀਆਂ ਵੀ ਆਪਾਂ ਆਨਲਾਈਨ ਸੇਵਾਵਾਂ ਕਰਦੇ ਮੀਨਸ ਈ ਕਮਰਸ ਵਾਲੀਆਂ ਜਿਹੜੀਆਂ ਵੀ ਸੇਵਾਵਾਂ ਹੁੰਦੀਆਂ ਵਾ, ਉਹਨਾਂ ਸਾਰੀਆਂ ਸੇਵਾਵਾਂ ਵਿੱਚ ਸਾਨੂੰ ਕਿਸ ਚੀਜ਼ ਦੀ ਲੋੜ ਪੈਂਦੀ ਹੈ, ਇੰਟਰਨੈਟ ਦੀ ਲੋੜ ਪੈਂਦੀ ਹੈ। ਪਰ ਪੁਰਾਣੇ ਜ਼ਮਾਨੇ ਜਿਹੜੀ ਆਪਾਂ ਸੇਵਾਵਾਂ ਪ੍ਰਦਾਨ ਕਰਦੇ ਸੀਗੇ ਮੀਨਸ ਪਰੰਪਰਾਗਤ ਜਿਹੜਾ ਤਰੀਕਾ ਸੀਗਾ, ਪਰੰਪਰਾਗਤ ਤਰੀਕੇ ਵਿੱਚ ਕਿਸੇ ਵੀ ਤਰ੍ਹਾਂ ਦੇ ਇੰਟਰਨੈਟ ਦੀ ਲੋੜ ਨਹੀਂ ਪੈਂਦੀ ਸੀ। ਠੀਕ ਹੈ, ਸੋ ਈ ਕਮਰਸ ਯਾਦ ਹੋ ਗਈ ਨਾ। ਕੱਕੇ ਤੋਂ ਕੀ ਆ ਗਿਆ, ਕਾਗਜ਼ੀ ਕਾਰਵਾਈ। ਅੱਗੇ ਉਸ ਵਾਰ ਮੰਮੇ ਤੋਂ ਕੀ ਆ ਗਿਆ, ਮਤਲਬ। ਰਾਰੇ ਤੋਂ ਕੀ ਆ ਗਿਆ, ਉਤਪਾਦ ਦਾ ਰੂਪ। ਤੇ ਸੱਸੇ ਤੋਂ ਕੀ ਆ ਗਿਆ, ਸਾਧਨ। ਸੋ 4 ਪੁਆਇੰਟ ਕਿਤੇ ਬਣ ਗਏ ਕਮਰਸ। ਅੱਗੇ ਕੀ ਵਰਡ ਆ ਗਿਆ, ਬੈਂਕਿੰਗ। ਬੈਂਕ ਮੀਨਸ ਬੱਬੇ ਤੋਂ ਕੀ ਆ ਗਿਆ, ਬੇਸਿਕ ਸੁਵਿਧਾਵਾਂ। ਠੀਕ, ਹੁਣ ਬੇਸਿਕ ਸੇਵਾਵਾਂ ਪੜ੍ਹੋ ਕੀ ਲਿਖਿਆ ਉਹਨੇ, ਈ ਸੇਵਾਵਾਂ ਵਿੱਚ ਸਾਰੀਆਂ ਬੇਸਿਕ ਸੇਵਾਵਾਂ ਅਸੀਂ ਘਰ ਬੈਠੇ ਹੀ ਆਨਲਾਈਨ ਢੰਗ ਨਾਲ ਪ੍ਰਾਪਤ ਕਰ ਸਕਦੇ ਹਾਂ, ਪਰ ਪਰੰਪਰਾਗਤ ਰੂਪ ਵਿੱਚ ਸਾਨੂੰ ਇਹ ਸੇਵਾਵਾਂ ਘਰ ਤੋਂ ਬਾਹਰ ਜਾ ਕੇ ਮਿਲਦੀਆਂ ਸੀ। ਕਿ ਜਿਹੜੀਆਂ ਵੀ ਬੇਸਿਕ ਸੁਵਿਧਾਵਾਂ ਵਾ, ਜਿੱਦਾਂ ਕੋਈ ਤੁਸੀਂ ਚੀਜ਼ ਖਰੀਦਣੀ ਹੈ, ਹੁਣ ਆਨਲਾਈਨ ਵਿੱਚ ਕੀ ਹੁੰਦਾ ਵਾ, ਤੁਸੀਂ ਘਰ ਬੈਠੇ ਬੈਠੇ ਚੀਜ਼ ਆਨਲਾਈਨ ਆਰਡਰ ਕਰ ਸਕਦੇ ਹੋ, ਤੁਹਾਨੂੰ ਬਾਜ਼ਾਰ ਜਾਣ ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ। ਪਰ ਪਰੰਪਰਾਗਤ ਚੀਜ਼ਾਂ ਜਿਹੜੀਆਂ ਸੀਗੀਆਂ, ਉਹ ਪਰੰਪਰਾਗਤ ਵਿੱਚ ਕੀ ਹੁੰਦਾ ਸੀ, ਤੁਹਾਨੂੰ ਕੋਈ ਵੀ ਕੰਮ, ਕੋਈ ਵੀ ਤੁਸੀਂ ਵਸਤੂ ਖਰੀਦਣੀ ਆ, ਉਹਦੇ ਲਈ ਤੁਹਾਨੂੰ ਬਾਜ਼ਾਰ ਵਗੈਰਾ ਜਾਣਾ ਪੈਂਦਾ ਸੀਗਾ। ਜਾਂ ਆਪਾਂ ਬੈਂਕਿੰਗ 'ਚ ਲਿਖ ਸਕਦੇ ਹਾਂ ਕਿ ਆਨਲਾਈਨ ਵਿੱਚ ਕੀ ਹੁੰਦਾ ਵਾ ਕਿ ਆਪਾਂ ਘਰ ਬੈਠੇ ਬੈਠੇ ਕੋਈ ਵੀ ਪੈਸੇ ਜਿਹੜੇ ਆ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ, ਜਾਂ ਕੋਈ ਵੀ ਬੈਂਕ ਦੀ ਸੁਵਿਧਾ ਜਿਹੜੀ ਆ ਆਪਾਂ ਆਨਲਾਈਨ ਢੰਗ ਨਾਲ ਲੈ ਸਕਦੇ ਹਾਂ। ਪਰ ਪਰੰਪਰਾਗਤ ਤਰੀਕੇ ਵਿੱਚ ਕੀ ਸੀਗਾ ਕਿ ਅਗਰ ਬੈਂਕ ਦਾ ਸਾਨੂੰ ਕੋਈ ਵੀ ਕੰਮ ਕਰਵਾਉਣਾ ਵਾ, ਸਾਨੂੰ ਬੈਂਕ ਜਾਣ ਦੀ ਲੋੜ ਪੈਂਦੀ ਹੈ। ਠੀਕ ਹੈ, ਸੋ ਇਹ ਬੱਬੇ ਤੋਂ ਕੀ ਬਣ ਗਿਆ, ਬੇਸਿਕ ਸੁਵਿਧਾਵਾਂ।